ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, in yesterday we read about the food crops and the temperature or climate required for them. So today we read non-food crops। ਮਤਲਬ ਅੱਜ ਅਸੀਂ ਅਜਿਹੀਆਂ ਫਸਲਾਂ ਬਾਰੇ ਪੜ੍ਹਾਂਗੇ ਜਿਨ੍ਹਾਂ ਦੀ ਅਸੀਂ ਵਰਤੋਂ ਘਰੇਲੂ ਕੰਮਾਂ ਵਾਸਤੇ ਜਾਂ ਹੋਰ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵਰਤਦੇ ਹਾਂ ਔਰ ਇਸ ਨੂੰ ਅਸੀਂ ਭੋਜਨ ਦੇ ਤੌਰ 'ਤੇ ਨਹੀਂ ਵਰਤਦੇ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦੀ ਹੈ ਰਬਰ। ਇਟ ਇਜ਼ ਐਨ ਇਕੁਏਟਰੀਕਲ ਕ੍ਰੋਪ, ਮਤਲਬ ਇਹ ਇਕੁਏਟਰ ਅਤੇ ਇਕੁਏਟਰ ਦੇ ਆਸ-ਪਾਸ ਦੇ ਇਲਾਕੇ ਵਿੱਚ ਉਗਾਈ ਜਾਂਦੀ ਹੈ। ਬਟ ਅੰਡਰ ਸਪੈਸ਼ਲ ਕੰਡੀਸ਼ਨ, ਕਹਿੰਦੇ ਕੁਝ ਖਾਸ ਹਾਲਤਾਂ ਦੇ ਵਿੱਚ ਇਟ ਇਜ਼ ਆਲਸੋ ਗਰੋਨ ਇਨ ਟ੍ਰੋਪੀਕਲ ਐਂਡ ਸਬ ਟ੍ਰੋਪੀਕਲ ਏਰੀਆਸ। ਇਹ ਇਕੁਏਟਰ ਤੋਂ ਉੱਪਰ ਟ੍ਰੋਪਿਕ ਆਫ ਕੈਂਸਰ ਔਰ ਨੀਚੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਇਲਾਕਿਆਂ ਦੇ ਵਿੱਚ ਉਗਾਈ ਜਾ ਸਕਦੀ ਹੈ। ਇਟ ਰਿਕੁਆਇਰ ਮੋਸਟ ਐਂਡ ਹਿਊਮਿਡ ਕਲਾਈਮੇਟ, ਕਹਿੰਦੇ ਇਸ ਨੂੰ ਨਮੀ ਅਤੇ ਹੁਮਸ ਭਰਿਆ ਮੌਸਮ ਚਾਹੀਦਾ ਹੈ। ਵਿਦ ਰੇਨਫਾਲ ਆਫ ਮੋਰ ਦੈਨ 200 ਸੈਂਟੀਮੀਟਰ ਐਂਡ ਟੈਂਪਰੇਚਰ ਅਬਵ 25 ਡਿਗਰੀ ਸੈਲਸੀਅਸ। ਅਤੇ ਇਸ ਫਸਲ ਨੂੰ ਪੈਦਾ ਕਰਨ ਵਾਸਤੇ ਘੱਟੋ ਘੱਟ ਜਿਹੜਾ ਸਾਲਾਨਾ ਸਾਲ ਦੇ ਵਿੱਚ 200 ਸੈਂਟੀਮੀਟਰ ਵਰਖਾ ਹੋਵੇ ਅਤੇ ਪੂਰਾ ਸਾਲ ਜਿਹੜਾ ਟੈਂਪਰੇਚਰ 25 ਡਿਗਰੀ ਸੈਲਸੀਅਸ ਤੋਂ ਉੱਪਰ ਰਹਿਣਾ ਚਾਹੀਦਾ, ਫਿਰ ਇਹ ਫਸਲ ਉਗਾਈ ਜਾ ਸਕਦੀ ਹੈ। ਇੱਥੇ ਹੁਣ ਉਹਨਾਂ ਨੇ ਦੱਸਿਆ ਰਬਰ ਇਜ਼ ਐਨ ਇੰਪੋਰਟੈਂਟ ਇੰਡਸਟਰੀਅਲ ਰॉ ਮਟੀਰੀਅਲ, ਕਿ ਰਬੜ ਦੀ ਫਸਲ ਇੰਡਸਟਰੀਅਲ ਰॉ ਮਟੀਰੀਅਲ ਕੀ ਫੈਕਟਰੀਆਂ ਦੇ ਵਿੱਚ ਕੱਚੇ ਮਾਲ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਟ ਇਜ਼ ਮੇਨਲੀ ਗਰੋਨ ਇਨ, ਇਹ ਖਾਸ ਤੌਰ 'ਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਉਗਾਏ ਜਾਂਦੇ ਆ ਸਟੇਟਸ ਨੇਮ ਦੱਸੇ ਹੋਏ ਨੇ ਸਾਡੇ ਕੋਲ। ਲਿਸਟ ਦਾ ਆਈਟਮਸ ਵਿਚ ਆਰ ਮੇਡ ਆਫ ਰਬਰ ਐਂਡ ਆਰ ਯੂਜ਼ਡ ਬਾਈ ਅਸ, ਕਹਿੰਦਾ ਕੁਝ ਆਈਟਮ ਦੇ ਕੁਝ ਚੀਜ਼ਾਂ ਦੇ ਨਾਮ ਦੱਸੋ ਜੋ ਕਿ ਰਬੜ ਦੀਆਂ ਬਣੀਆਂ ਹੁੰਦੀਆਂ ਨੇ ਔਰ ਸਾਡੇ ਵੱਲੋਂ ਇਹਨਾਂ ਦਾ ਯੂਜ਼ ਕੀਤਾ ਜਾਂਦਾ, ਸਾਡੇ ਵੱਲੋਂ ਇਹਨਾਂ ਨੂੰ ਵਰਤਿਆ ਜਾਂਦਾ ਹੈ। ਸੋ ਯੂ ਆਲਸੋ ਰਾਈਟ ਦਿਸ ਔਨ ਯੂਅਰ ਹੋਮਵਰਕ ਨੋਟਬੁੱਕ। ਫਾਈਬਰ ਕ੍ਰੋਪਸ, ਫਾਈਬਰ ਕ੍ਰੋਪਸ ਕੀ ਨੇ? ਕਾਟਨ, ਜੂਟ, ਹੈਂਪ ਮਤਲਬ ਭੰਗ ਦਾ ਪੌਦਾ ਹੁੰਦਾ ਜੋ, ਐਂਡ ਨੈਚੁਰਲ ਸਿਲਕ ਆਰ ਦਾ 4 ਮੇਜਰ ਫਾਈਬਰ ਕ੍ਰੋਪਸ ਗਰੋਨ ਇਨ ਇੰਡੀਆ। ਕਹਿੰਦੇ ਕਾਟਨ, ਜੂਟ, ਹੈਂਪ ਐਂਡ ਨੈਚੁਰਲ ਸਿਲਕ, ਇਹ 4 ਅਜਿਹੀਆਂ ਫਸਲਾਂ ਜਿਨ੍ਹਾਂ ਨੂੰ ਅਸੀਂ ਫਾਈਬਰ ਕ੍ਰੋਪਸ ਦੇ ਵਜੋਂ ਜਾਣਦੇ ਹਾਂ। ਮਤਲਬ ਇਹਨਾਂ 4 ਫਸਲਾਂ ਤੋਂ ਅਸੀਂ ਰॉ ਮਟੀਰੀਅਲ ਲੈ ਕੇ ਫਾਈਬਰ ਤੋਂ ਤਿਆਰ ਹੋਣ ਵਾਲੇ ਪ੍ਰੋਡਕਟ ਤਿਆਰ ਕਰ ਸਕਦੇ ਹਾਂ। ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਫਸਟ 3 ਆਰ ਡਰਾਈਵਡ ਫਰੋਮ ਦਾ ਕ੍ਰੋਪਸ, ਕਿ ਪਹਿਲੀਆਂ 3 ਕਾਟਨ, ਜੂਟ ਔਰ ਹੈਂਪ, ਇਹ ਕਹਿੰਦੇ ਆ ਇਹਨਾਂ ਨੂੰ ਮਿੱਟੀ ਦੇ ਵਿੱਚ ਉਗਾਇਆ ਜਾਂਦਾ ਇਹਨਾਂ ਫਸਲਾਂ ਨੂੰ। ਚੌਥੀ ਟਾਈਪ ਜਿਹੜੇ ਕਹਿੰਦੇ ਇੱਥੇ ਆਖਿਆ ਨੈਚੁਰਲ ਸਿਲਕ, ਇਹ ਕਹਿੰਦੇ ਸਿਲਕ ਵਾਰਮ ਤੋਂ ਪੈਦਾ ਕੀਤੀ ਜਾਂਦੀ ਹੈ। ਸਿਲਕ ਵਾਰਮ ਜੋ ਕਿ ਅਸੀਂ ਮਲਬਰੀ ਲੀਵਸ, ਗ੍ਰੀਨਸ, ਹਰੇ ਪੱਤਿਆਂ ਦੇ ਉੱਪਰ ਜਾਂ ਨਰਮ ਪੱਤਿਆਂ ਦੇ ਉੱਪਰ ਇਹ ਸਿਲਕ ਦਾ ਕੀੜਾ ਪਾਲਦੇ ਹਾਂ। ਉਸ 'ਤੇ ਪੈਦਾ ਹੋਣ ਵਾਲੇ ਕੋਕੂਨਸ ਤੋਂ ਅਸੀਂ ਸਿਲਕ ਅਲੱਗ ਕਰਕੇ ਯੂਜ਼ ਕਰਦੇ ਹਾਂ। ਰੀਅਰਿੰਗ ਆਫ ਸਿਲਕ ਵਾਰਮਸ ਫਾਰ ਦਾ ਪ੍ਰੋਡਕਸ਼ਨ, ਕਹਿੰਦੇ ਸਿਲਕ ਦੇ ਕੀੜੇ ਪਾਲ ਲੈਣਾ, ਇੱਕ ਮਤਲਬ ਇਹਨਾਂ ਸਿਲਕ ਦੇ ਕੀੜਿਆਂ ਨੂੰ ਪਾਲ ਕੇ ਅਸੀਂ ਸਿਲਕ ਅਲੱਗ ਕਰ ਲੈਣੀ, ਇਸ ਦਾ ਵਪਾਰ ਕਰਨਾ, ਇਹੀ ਕਿੱਤਾ ਆਪਣਾ ਓਕੂਪੇਸ਼ਨ ਅਪਣਾ ਲੈਣਾ। ਇਸ ਕੰਮ ਨੂੰ ਅਸੀਂ ਸੈਰੀਕਲਚਰ ਬੋਲਦੇ ਹਾਂ। ਮਤਲਬ ਸਿਲਕ ਦੀ ਪੈਦਾਵਾਰ ਕਰਨ ਵਾਲੇ ਲੋਕਾਂ ਦੇ ਕੰਮ ਨੂੰ, ਕਿੱਤੇ ਨੂੰ ਅਸੀਂ ਸੈਰੀਕਲਚਰ ਦੇ ਨਾਮ ਨਾਲ ਜਾਣਦੇ ਹਾਂ। ਜਿਵੇਂ ਅਸੀਂ ਵੈਜੀਟੇਬਲਸ ਔਰ ਫਰੂਟਸ ਦੀ ਪੈਦਾਵਾਰ ਕਰਨ ਵਾਲੇ ਕਿੱਤੇ ਨੂੰ, ਕੰਮ ਨੂੰ ਅਸੀਂ ਹਾਰਟੀਕਲਚਰ ਦੇ ਨਾਮ ਨਾਲ ਜਾਣਦੇ ਸੀ। ਨੈਕਸਟ ਸਾਡੇ ਕੋਲ ਆ ਜਾਂਦੇ ਆ ਕਾਟਨ। ਇੰਡੀਆ ਇਜ਼ ਬਲੀਵਡ ਟੂ ਬੀ ਦਾ ਓਰੀਜਨਲ ਹੋਮ ਆਫ ਦਾ ਕਾਟਨ ਪਲਾਂਟ, ਕਹਿੰਦੇ ਆ ਭਾਰਤ ਕਾਟਨ ਪਲਾਂਟ ਦਾ ਜਿਹੜਾ ਇੱਕ ਅਸਲੀ ਘਰ ਦੇ ਨਾਮ ਨਾਲ ਜਾਣਿਆ ਜਾਂਦਾ, ਕਿ ਕਾਟਨ ਦਾ ਅਸਲੀ ਘਰ ਜਿਹੜਾ ਭਾਰਤ ਦੇਸ਼ ਹੈ। ਕਾਟਨ ਇਜ਼ ਵਨ ਆਫ ਦਾ ਮੇਨ ਰॉ ਮਟੀਰੀਅਲ ਫਾਰ ਕਾਟਨ ਟੈਕਸਟਾਈਲ ਇੰਡਸਟਰੀ, ਅਤੇ ਕਾਟਨ ਕੱਪੜੇ ਦੀ ਇੰਡਸਟਰੀ ਵਾਸਤੇ ਔਰ ਕਾਟਨ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਕਾਰਖਾਨੇ ਵਾਸਤੇ ਮੁੱਖ ਤੌਰ 'ਤੇ ਕੱਚਾ ਪਦਾਰਥ ਹੈ। ਇਨ 2015 ਇੰਡੀਆ ਵਾਜ ਦਾ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਦਾ ਕਾਟਨ ਆਫਟਰ ਚਾਈਨਾ। 2015 ਵਿੱਚ ਸਰਵੇਖਣ ਦੇ ਅਨੁਸਾਰ ਭਾਰਤ ਚਾਈਨਾ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦਾ ਹੈ ਜੋ ਸਭ ਤੋਂ ਵੱਧ ਕਾਟਨ ਦੀ ਫਸਲ ਤਿਆਰ ਕਰਦਾ ਹੈ। ਕਾਟਨ ਗਰੋਸ ਵੈਲ ਇਨ ਦਾ ਡਰਾਇਰ ਪਾਰਟਸ ਆਫ ਦਾ ਬਲੈਕ ਕਾਟਨ ਸੋਇਲ ਆਫ ਦਾ ਦੈਕਸ਼ਿਨ ਪਲੇਟੂ, ਕਹਿੰਦੇ ਆ ਕਾਟਨ ਦੀ ਫਸਲ ਖਾਸ ਤੌਰ 'ਤੇ ਡਰਾਇਰ ਪਾਰਟਸ ਭਾਰਤ ਦੇ ਕੋਈ ਖੁਸ਼ਕ ਇਲਾਕਿਆਂ ਦੇ ਵਿੱਚ ਜਿੱਥੇ ਵਰਖਾ ਕਾਫੀ ਘੱਟ ਹੋਵੇ, ਜਿਵੇਂ ਕਿ ਬਲੈਕ ਕਾਟਨ ਸੋਇਲ ਆਫ ਦੈਕਸ਼ਿਨ ਪਲੇਟੂ ਦੇ ਜਿਹੜਾ ਬਲੈਕ ਸੋਇਲ ਪਾਈ ਜਾਂਦੀ ਜਿੱਥੇ, ਉੱਥੇ ਕਾਟਨ ਦੀ ਫਸਲ ਤਿਆਰ ਕੀਤੀ ਜਾਂਦੀ ਹੈ। ਕਿਉਂਕਿ ਇਸ ਸੋਇਲ ਦੇ ਵਿੱਚ ਸਾਰੇ ਉਹ ਪੌਸ਼ਟਿਕ ਤੱਤ ਮੌਜੂਦ ਹੁੰਦੇ ਨੇ ਜੋ ਇੱਕ ਕਾਟਨ ਦੀ ਫਸਲ ਨੂੰ ਗਰੋ ਕਰਨ ਵਾਸਤੇ ਚਾਹੀਦੇ ਨੇ। ਸੋ ਤਾਂ ਹੀ ਕਾਟਨ ਦੀ ਫਸਲ ਸਭ ਤੋਂ ਜ਼ਿਆਦਾ ਇਸ ਬਲੈਕ ਸੋਇਲ ਦੇ ਵਿੱਚ ਗਰੋ ਕਰਦੀ ਹੈ। ਇਟ ਰਿਕੁਆਇਰਸ ਹਾਈ ਟੈਂਪਰੇਚਰ, ਲਾਈਟ ਰੇਨਫਾਲ ਔਰ ਇਰੀਗੇਸ਼ਨ, ਕਹਿੰਦੇ ਆ ਇਸ ਦੀ ਪੈਦਾਵਾਰ ਔਰ ਇਸ ਨੂੰ ਪੱਕਣ ਵਾਸਤੇ ਜਿਹੜਾ ਜ਼ਿਆਦਾ ਟੈਂਪਰੇਚਰ ਚਾਹੀਦਾ ਹੈ, ਲਾਈਟ ਰੇਨਫਾਲ, ਹਲਕੀ ਜਿਹੀ ਵਰਖਾ ਚਾਹੀਦੀ ਹੈ, ਔਰ ਇਰੀਗੇਸ਼ਨ ਮਤਲਬ ਇਹਨੂੰ ਹਲਕੀ ਜਿਹੀ ਵਰਖਾ ਹੋ ਜਾਏ ਜਾਂ ਥੋੜ੍ਹਾ ਬਹੁਤਾ ਜਿਹੜਾ ਇਸ ਫਸਲ ਵਾਸਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ। 210 ਫਰੋਸਟ ਫ੍ਰੀ ਡੇਜ਼, ਘੱਟੋ ਘੱਟ 210 ਦਿਨ ਜਿਹੜਾ ਵਾ ਫਰੋਸਟ ਫ੍ਰੀ ਮਤਲਬ ਠੰਡ ਮੁਕਤ ਚਾਹੀਦਾ, ਇਹਨਾਂ ਦਿਨਾਂ ਵਿੱਚ ਠੰਡ ਨਹੀਂ ਪੈਣੀ ਚਾਹੀਦੀ। ਐਂਡ ਬ੍ਰਾਈਟ ਸਨਸ਼ਾਈਨ ਫਾਰ ਇਟਸ
ਗਰੋਥ ਅਤੇ ਇਸ ਦੀ ਗਰੋਥ ਵਾਧੇ ਵਾਸਤੇ ਬਿਲਕੁਲ ਸਾਫ ਸੁਥਰਾ ਮੌਸਮ ਅਤੇ ਸਨਸ਼ਾਈਨ ਚਮਕਦਾ ਸੂਰਜ ਹੋਣਾ ਚਾਹੀਦਾ ਹੈ। ਇਟ ਇਜ਼ ਏ ਖਰੀਫ ਕਰੋਪ ਐਂਡ ਰਿਕੁਆਇਰ 6 to 8 months to mature। ਇਹ ਕਹਿੰਦੇ ਖਰੀਫ ਕਰੋਪ ਹੈ ਅਤੇ ਇਸ ਨੂੰ ਪੱਕਣ ਵਾਸਤੇ ਘੱਟੋ ਘੱਟ 6 ਤੋਂ 8 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਨੀਚੇ ਫਿਰ ਇਸ ਨੂੰ ਪੈਦਾ ਕਰਨ ਵਾਲੀਆਂ ਸਟੇਟਸ ਦੇ ਨੇਮ ਡਿਸਕ੍ਰਾਈਬ ਕੀਤੇ ਨੇ। ਨੈਕਸਟ ਸਾਡੇ ਕੋਲ ਆ ਜਾਂਦਾ ਜੂਟ। ਜੂਟ ਨੂੰ ਅਸੀਂ ਪੰਜਾਬੀ ਦੇ ਵਿੱਚ ਬੋਲ ਦਿੰਦੇ ਹਾਂ ਸਣ। ਕਹਿੰਦੇ ਇਟ ਇਜ਼ ਨੋਨ ਐਜ਼ ਦਾ ਗੋਲਡਨ ਫਾਈਬਰ। ਇਸ ਨੂੰ ਅਸੀਂ ਗੋਲਡਨ ਫਾਈਬਰ ਸੁਨਹਿਰੀ ਫਾਈਬਰ ਦੇ ਨਾਮ ਨਾਲ ਵੀ ਜਾਣਦੇ ਹਾਂ। ਜੂਟ ਗਰੋਨ ਵੈਲ ਔਨ ਦਾ ਵੈਲ ਡਰੇਨਡ ਫਰਟਾਈਲ ਸੋਇਲ ਇਨ ਦਾ ਫਲੱਡ ਪਲੇਨਸ ਵੇਅਰ ਸੋਇਲ ਆਰ ਰਿਨਿਊਡ ਐਵਰੀ ਈਅਰਸ। ਕਹਿੰਦੇ ਇਹ ਫਸਲ ਚੰਗੀ ਨਿਕਾਸ ਵਾਲੀ ਉਪਜਾਊ ਮਿੱਟੀ ਜੋ ਕਿ ਹਰ ਸਾਲ ਹੜ੍ਹਾਂ ਵੱਲੋਂ ਲਿਆ ਕੇ ਨਵੀਂ ਮਿੱਟੀ ਵਿਛਾ ਦਿੱਤੀ ਜਾਂਦੀ ਹੈ, ਇਸ ਮਿੱਟੀ ਵਿੱਚ ਤਿਆਰ ਕੀਤੀ ਜਾਂਦੀ ਹੈ। ਇਹ ਫਸਲ ਹਾਈ ਟੈਂਪਰੇਚਰ ਇਜ਼ ਰਿਕੁਆਇਰਡ ਡਿਊਰਿੰਗ ਦਾ ਟਾਈਮ ਆਫ ਗਰੋਥ ਅਤੇ ਇਸ ਦੀ ਪੈਦਾਵਾਰ ਸਮੇਂ ਜਿਹੜਾ ਟੈਂਪਰੇਚਰ ਕਾਫੀ ਉੱਚਾ ਹੋਣਾ ਚਾਹੀਦਾ ਹੈ, ਮਤਲਬ ਵੱਧ ਹੋਣਾ ਚਾਹੀਦਾ ਹੈ। ਵੈਸਟ ਬੰਗਾਲ, ਬਿਹਾਰ, ਅਸਾਮ, ਉੜੀਸਾ ਐਂਡ ਮੇਘਾਲਿਆ ਆਰ ਦਾ ਮੇਜਰ ਜੂਟ ਪ੍ਰੋਡਕਸ਼ਨ ਸਟੇਟਸ। ਇਟ ਇਜ਼ ਯੂਜ਼ਡ ਇਨ ਮੇਕਿੰਗ ਗਨੀ। ਕਹਿੰਦੇ ਹੁਣ ਜੂਟ ਦੀ ਫਸਲ ਜੂਟ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਗਨੀ ਬੈਗਸ, ਮਤਲਬ ਜੋ ਅਸੀਂ ਬਾਰਦਾਨਾ ਦੇਖਦੇ ਹਾਂ, ਜੋ ਬੋਰੀਆਂ ਬਣੀਆਂ ਦੇਖਦੇ ਹਾਂ, ਮੈਟ ਦੇਖਦੇ ਹਾਂ, ਉਹ ਜੂਟ ਦੇ ਬਣੇ ਹੁੰਦੇ ਨੇ। ਮੈਟਸ, ਰੋਪਸ, ਰੱਸੀਆਂ, ਜਿਵੇਂ ਅਸੀਂ ਸੇਬੇ ਦੀ ਰੱਸੀ ਵਰਤ ਲੈਂਦੇ ਹਾਂ, ਉਹ ਵੀ ਜਿਹੜਾ ਇਸ ਦੀ ਬਣੀ ਹੁੰਦੀ ਨੇ। ਜਾਰਨ, ਧਾਗਾ, ਕਾਰਪੈਟ, ਹੋਰ ਗਲੀਚੇ ਵਗੈਰਾ ਇਸ ਤੋਂ ਬਣੇ ਹੁੰਦੇ ਨੇ। ਆਰਟੀਫੈਕਟ, ਕੁਛ ਕਲਾਵਾਂ, ਮਤਲਬ ਜਿਹੜੇ ਅਸੀਂ ਮੂਹਰੇ ਵਗੈਰਾ ਬੈਠਣ ਵਾਸਤੇ ਜਾਂ ਘਰ ਦੇ ਵਿੱਚ ਕੁਝ ਬੈਗਸ ਵਗੈਰਾ ਵਰਤ ਲੈਂਦੇ ਹਾਂ ਪੁਰਾਣੇ ਸੰਨ ਦੇ ਬਣੇ ਹੋਏ, ਉਹਨਾਂ ਸਾਰਿਆਂ ਨੂੰ ਇਸ ਜੂਟ ਤੋਂ ਤਿਆਰ ਕੀਤਾ ਜਾਂਦਾ ਹੈ। ਡਿਊ ਟੂ ਇਟਸ ਹਾਈ ਕੋਸਟ। ਕਹਿੰਦੇ ਅੱਜ ਦੇ ਦਿਨਾਂ ਵਿੱਚ ਇਸ ਦੀ ਕਾਫੀ ਕੀਮਤ ਹੋਣ ਦਾ ਕਰਕੇ ਇਟ ਇਜ਼ ਲੂਜ਼ਿੰਗ ਮਾਰਕੀਟ ਟੂ ਸਿੰਥੈਟਿਕ ਫਾਈਬਰ। ਲੋਕਾਂ ਨੇ ਇਸ ਦੀ ਬਜਾਏ ਜਿਹੜਾ ਸਿੰਥੈਟਿਕ ਫਾਈਬਰ ਵਰਤਣੀ ਸ਼ੁਰੂ ਕਰ ਦਿੱਤੀ ਹੈ। ਐਂਡ ਪੈਕਿੰਗ ਮਟੀਰੀਅਲ ਪਾਰਟੀਕੂਲਰਲੀ ਦਾ ਨਾਈਲਨ। ਅਤੇ ਖਾਸ ਤੌਰ 'ਤੇ ਹੁਣ ਕਾਫੀ ਜੋ ਪੈਕਿੰਗ ਮਟੀਰੀਅਲ, ਜਿਸ ਵੀ ਮਟੀਰੀਅਲ ਦੇ ਵਿੱਚ ਚੀਜ਼ਾਂ ਪੈਕ ਕੀਤੀਆਂ ਜਾਂਦੀਆਂ ਨੇ, ਉਹ ਨਾਈਲਨ ਫਾਈਬਰ ਦਾ ਬਣਿਆ ਹੁੰਦਾ ਹੈ, ਜਦਕਿ ਇਹ ਸਾਰੀਆਂ ਚੀਜ਼ਾਂ ਪਹਿਲਾਂ ਜੂਟ ਦੀਆਂ ਬਣੀਆਂ ਹੁੰਦੀਆਂ ਨੇ। ਅੱਜ ਤੁਸੀਂ ਮੰਡੀਆਂ ਦੇ ਵਿੱਚ ਵੀ ਦੇਖ ਲਓ ਕਿ ਜੋ ਵੀ ਆਪਣੀ ਕਣਕ ਜਾਂ ਝੋਨਾ ਵਗੈਰਾ ਫਸਲ ਪੈਕ ਕੀਤੀ ਜਾਂਦੀ ਆ, ਉਹਦੇ ਵਾਸਤੇ ਸਿੰਥੈਟਿਕ ਫਾਈਬਰ ਦੇ ਬੋਰੇ ਬਣ ਕੇ ਤਿਆਰ ਹੋਏ ਨੇ, ਜਦਕਿ ਪਹਿਲਾਂ ਇਹ ਸੇਬੇ ਦੀਆਂ ਬੋਰੀਆਂ ਦੇ ਵਿੱਚ ਫਸਲ ਪੈਕ ਕੀਤੀ ਜਾਂਦੀ ਸੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਟੈਕਨੋਲੋਜੀਕਲ ਐਂਡ ਇੰਸਟੀਟਿਊਸ਼ਨਲ ਰਿਫੋਰਮਸ। ਕਿ ਤਕਨੀਕੀ ਅਤੇ ਸੰਸਥਾਗਤ ਸੁਧਾਰ, ਕਿ ਕਿਹੜੇ ਅਜਿਹੇ ਸੁਧਾਰ ਕੀਤੇ ਗਏ ਜਿਨ੍ਹਾਂ ਦੇ ਨਾਲ ਸਾਡੀਆਂ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਬਲਮਸ ਸੋਲਵ ਹੋਈਆਂ ਨੇ, ਔਰ ਇਸ ਤੋਂ ਪਹਿਲਾਂ ਸਾਨੂੰ ਕਿਹੋ ਜਿਹੀਆਂ ਕਿਹੋ ਜਿਹੀਆਂ ਫਸਲਾਂ ਫੇਸ ਕਰਨੀਆਂ ਪੈਂਦੀਆਂ ਸਨ। It was mentioned in the previous page that the agriculture has been practiced in India for the thousands of years। ਪਿਛਲੇ ਪੇਜਾਂ 'ਤੇ ਕਹਿੰਦੇ ਜਿਵੇਂ ਦੱਸਿਆ ਗਿਆ ਕਿ ਭਾਰਤ ਵਿੱਚ ਖੇਤੀਬਾੜੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਸਸਟੇਨਡ ਯੂਜ਼ਸ ਆਫ ਦਾ ਲੈਂਡ ਵਿਦਆਊਟ ਦਾ ਕੰਪੈਟੀਬਲ ਟੈਕਨੋ ਇੰਸਟੀਟਿਊਸ਼ਨਲ ਚੇਂਜਸ ਹੈਵ ਹਿੰਡਰਡ ਦਾ ਪੇਸ ਆਫ ਦਾ ਐਗਰੀਕਲਚਰ ਡਿਵੈਲਪਮੈਂਟ। ਕਹਿੰਦੇ ਆ ਬਿਨਾਂ ਤਕਨੀਕ ਦੇ ਇੰਸਟੀਟਿਊਸ਼ਨ, ਮਤਲਬ ਬਿਨਾਂ ਕਿਸੇ ਸੁਧਾਰ ਦੇ, ਬਿਨਾਂ ਕਿਸੇ ਨਵੀਂ ਤਕਨੀਕ ਦੇ ਜਦੋਂ ਲਗਾਤਾਰ ਅਸੀਂ ਇਸ ਜ਼ਮੀਨ ਨੂੰ ਖੇਤੀਬਾੜੀ ਵਾਸਤੇ ਵਰਤੀ ਜਾ ਰਹੇ ਹਾਂ, ਇਸ ਦੇ ਨਾਲ ਖੇਤੀਬਾੜੀ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ। ਮਤਲਬ ਅਸੀਂ ਬਾਰ-ਬਾਰ ਉਹੀ ਉਹਨਾਂ ਕਿ ਹਰ ਸਾਲ ਫਸਲ ਦਾ ਝਾੜ ਪ੍ਰਾਪਤ ਕਰ ਲੈਂਦੇ ਹਾਂ, ਉਹੀ ਬੀਜ ਬੀਜੀ ਜਾ ਰਹੇ ਹਾਂ, ਕੋਈ ਸਾਨੂੰ ਇਹਦਾ ਬਹੁਤਾ ਫਾਇਦਾ ਨਹੀਂ ਸੀ ਹੋ ਰਿਹਾ। ਇਨ ਸਪਾਈਟ ਆਫ ਦਾ ਡਿਵੈਲਪਮੈਂਟ ਆਫ ਦਾ ਸੋਰਸਿਸ ਆਫ ਇਰੀਗੇਸ਼ਨ, ਮੋਸਟ ਆਫ ਦਾ ਫਾਰਮਰਸ ਇਨ ਲਾਰਜ ਪਾਰਟਸ ਆਫ ਦਾ country still depend upon monsoon and the natural fertility in order to carry on their agriculture। ਇਰੀਗੇਸ਼ਨ ਸਿੰਜਾਈ ਦੇ ਸਾਧਨਾਂ ਕਹਿੰਦੇ ਵਿਕਾਸ ਹੋਣ ਦਾ ਕਾਰਨ ਕਰਕੇ ਵੀ ਬਹੁਤ ਸਾਰੇ ਅਜਿਹੇ ਕਿਸਾਨ ਵੀ ਨੇ ਜੋ ਕਿ ਅਜੇ ਵੀ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ ਆਪਣੀਆਂ ਫਸਲਾਂ ਦੇ ਵਾਧੇ ਵਾਸਤੇ, ਵਿਕਾਸ ਵਾਸਤੇ ਕੁਦਰਤ ਦੀ ਤੌਰ 'ਤੇ ਜੋ ਮਾਨਸੂਨ ਪਾਉਣ ਆਉਂਦੀਆਂ ਨੇ, ਵਰਖਾ ਹੁੰਦੀ ਹੈ, ਉਸ ਦੇ ਉੱਪਰ ਨਿਰਭਰ ਨੇ। ਐਂਡ ਨੈਚੁਰਲ ਫਰਟੀਲਿਟੀ, ਅਤੇ ਕੁਦਰਤ ਵੱਲੋਂ ਅਗਰ ਹੜ੍ਹਾਂ ਦੇ ਨਾਲ ਨਵੀਂ ਮਿੱਟੀ ਲਿਆ ਦਿੱਤੀ ਜਾਂਦੀ ਹੈ ਫਿਰ ਉਹ ਮਿੱਟੀ ਉਪਜਾਊ ਹੁੰਦੀ ਹੈ। ਅਦਰਵਾਈਜ਼ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਰਟੀਲਾਈਜ਼ਿੰਗ ਜਾਂ ਕੈਮੀਕਲ ਯੂਜ਼ ਕਰਕੇ ਐਗਰੀਕਲਚਰ ਆਪਣੀ ਸੋਇਲ ਦੀ ਫਰਟੀਲਿਟੀ ਇਨਕਰੀਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਫॉर ਏ ਗਰੋਇੰਗ ਪੋਪੂਲੇਸ਼ਨ ਦਿਸ ਪੋਜ਼ਿਸ ਏ ਸੀਰੀਅਸ ਚੈਲੰਜ। ਲਗਾਤਾਰ ਜਨਸੰਖਿਆ ਵਿੱਚ ਵਾਧੇ ਨੇ ਕਹਿੰਦੇ ਇੱਕ ਹੋਰ ਸਮੱਸਿਆ ਪੈਦਾ ਕੀਤੀ ਹੈ। ਐਗਰੀਕਲਚਰ ਵਿੱਚ ਪ੍ਰੋਵਾਈਡ ਲਾਈਵਲੀਹੁੱਡ ਫਾਰ ਮੋਰ ਦੈਨ 60% ਆਫ ਇਟਸ ਪੋਪੂਲੇਸ਼ਨ ਨੀਡਸ ਸਮ ਸੀਰੀਅਸ ਟੈਕਨੀਕਲ ਐਂਡ ਇੰਸਟੀਟਿਊਸ਼ਨਲ ਰਿਫੋਰਮਸ। ਕਹਿੰਦਾ ਖੇਤੀਬਾੜੀ ਜੋ ਕਿ ਸਾਡੇ ਦੇਸ਼ ਦੇ ਤਕਰੀਬਨ 60% ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਾ ਰਹੀ ਆ। ਕੁਝ ਲੋਕ ਇੱਥੇ ਆਪਣੀ ਜ਼ਮੀਨਾਂ ਵਿੱਚ ਫਸਲਾਂ ਪੈਦਾ ਕਰਕੇ, ਔਰ ਕੁਝ ਇਹਨਾਂ ਫਸਲਾਂ ਦੀ ਸਾਂਭ ਸੰਭਾਲ ਵਾਸਤੇ, ਇਹਨਾਂ ਦੇ ਕਟਾਈ ਵਢਾਈ ਵਾਸਤੇ ਲੋਕ ਮਜ਼ਦੂਰੀ ਦਾ ਕੰਮ ਕਰਕੇ ਆਪਣਾ ਪੇਟ ਪਾਲ ਰਹੇ ਆ।
ਸੋ ਇਸ ਤਰ੍ਹਾਂ ਦੇ ਵਿੱਚ ਕਹਿੰਦੇ 60% ਪਾਪੂਲੇਸ਼ਨ ਨੂੰ ਹੁਣ ਬਚਾਉਣ ਵਾਸਤੇ, ਉਹਨਾਂ ਦੇ ਕਿੱਤੇ ਨੂੰ ਬਚਾਉਣ ਵਾਸਤੇ ਇਸ ਦੇ ਵਿੱਚ ਟੈਕਨੀਕਲ ਕੋਈ ਤਕਨੀਕੀ ਅਤੇ ਸੰਸਥਾਗਤ ਸੁਧਾਰ ਕਰਨ ਦੀ ਲੋੜ ਆ। ਦਾ ਜੋ ਕਲੈਕਟੀਵਾਈਜੇਸ਼ਨ, consolidation of holdings, cooperation and the abolition of zamindari etc. were given priority to bring about institutional reform in the country after the independence। ਸੋ ਕਹਿੰਦੇ ਆਜ਼ਾਦੀ ਤੋਂ ਬਾਅਦ ਇਹਨਾਂ 60% ਜਾਂ ਸਾਡੇ ਦੇਸ਼ ਦਾ ਮੁੱਖ ਕਿੱਤਾ ਸੀ ਜੋ ਖੇਤੀਬਾੜੀ, ਇਸ ਨੂੰ ਬਚਾਉਣ ਵਾਸਤੇ ਕੁਝ ਸਟੈਪ ਚੁੱਕੇ ਗਏ। ਮਤਲਬ ਕਲੈਕਟੀਵਾਈਜੇਸ਼ਨ, ਸੰਗ੍ਰਹਿ, ਇਕੱਠੇ ਰਹਿਣ, ਕੰਸੋਲੀਡੇਸ਼ਨ ਆਫ ਹੋਲਡਿੰਗ ਅਤੇ ਜ਼ਮੀਨ 'ਤੇ ਆਪਣੀ ਪਕੜ ਮਜ਼ਬੂਤ ਬਣਾਉਣ ਵਾਸਤੇ, ਕੋਆਪਰੇਸ਼ਨ, ਸਹਿਯੋਗ ਵਾਸਤੇ, ਅਬੋਲੀਸ਼ਨ ਆਫ ਜ਼ਮੀਨਦਾਰੀ ਪ੍ਰਥਾ ਦਾ ਖਾਤਮਾ ਕੀਤਾ ਗਿਆ। ਵਰ ਗਿਵਨ ਪ੍ਰਾਇਰਟੀ ਮਤਲਬ ਇਹਨਾਂ ਸੰਸਥਾਗਤ ਸੁਧਾਰਾਂ ਦਾ ਸਭ ਤੋਂ ਪਹਿਲਾਂ ਪੱਖ ਲਿਆ ਗਿਆ ਔਰ ਇਹ ਸਾਰੇ ਸੁਧਾਰ ਇੰਪਲੀਮੈਂਟ ਕੀਤੇ ਗਏ। ਲੈਂਡ ਰਿਫੋਰਮ ਵਾਜ ਦਾ ਮੇਨ ਫੋਕਸ ਆਫ ਆਵਰ ਫਸਟ 5 ਈਅਰਸ ਪਲਾਨ। ਸਾਡੇ ਦੇਸ਼ ਦੀ ਪਹਿਲੀ 5 ਸਾਲਾ ਯੋਜਨਾ ਸੀ, ਉਹਦੇ ਵਿੱਚ ਮੁੱਖ ਤੌਰ 'ਤੇ ਲੈਂਡ ਰਿਫੋਰਮ ਦੇ ਵਿੱਚ ਸੁਧਾਰ ਕੀਤਾ ਗਿਆ। ਹੁਣ ਇੱਥੇ ਜੋ ਦੋ ਚੀਜ਼ਾਂ ਸਾਡੇ ਕੋਲ ਸਮਝਣ ਵਾਲੀਆਂ ਨੇ, ਇੱਕ ਹੈ ਅਬੋਲੀਸ਼ਨ ਆਫ ਜ਼ਮੀਨਦਾਰੀ ਪ੍ਰਥਾ ਕੀ ਸੀ ਸਾਡੇ ਦੇਸ਼ ਦੇ ਵਿੱਚ, ਕਿ ਆਜ਼ਾਦੀ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਹੁਣ ਆਪਣੀਆਂ ਜ਼ਮੀਨਾਂ ਦੇ ਮਾਲਕ ਬਣੇ ਫਿਰਦੇ ਹਾਂ, ਸਾਡੇ ਨਾਮ ਦੇ ਉੱਪਰ ਜ਼ਮੀਨ ਆ, ਇਹ ਜ਼ਮੀਨ ਸਾਡੇ ਨਾਮ ਦੇ ਉੱਪਰ ਨਹੀਂ ਸੀ ਹੁੰਦੀ। ਸਾਡੇ ਪਿੰਡ ਦੇ ਵਿੱਚੋਂ ਕੋਈ ਵੀ ਮੋਤਬਰ ਬੰਦਾ ਜਿਸ ਨੂੰ ਅਸੀਂ ਜ਼ਮੀਨਦਾਰ ਕਹਿੰਦੇ ਸੀ, ਸਾਰੀ ਜ਼ਮੀਨ ਉਸ ਦੇ ਅਧਿਕਾਰ ਖੇਤਰ ਦੇ ਵਿੱਚ ਹੁੰਦੀ ਸੀ। ਉਹ ਸਰਕਾਰ ਨੂੰ ਸਿੱਧਾ ਆਪਣੇ ਪਿੰਡ ਦੇ ਵਿੱਚ ਮੰਨ ਲਓ ਕਿ 100 ਕਿੱਲਾ ਹੈ, ਸਰਕਾਰ ਨੇ ਹਰੇਕ ਕਿੱਲੇ ਦੇ ਉੱਪਰ 1 ਕੁਇੰਟਲ ਟੈਕਸ ਲਗਾਇਆ ਹੋਇਆ ਹੈ। ਉਸ ਨੇ ਹੁਣ 1 ਕੁਇੰਟਲ ਦੇ ਹਿਸਾਬ ਦੇ ਨਾਲ 100 ਕਿੱਲੇ ਦੇ ਵਿੱਚੋਂ ਜਿੰਨੀ ਵੀ ਫਸਲ ਨਿਕਲਣੀ ਆ ਉਹਦਾ 1 ਕੁਇੰਟਲ ਲੈ ਕੇ ਸਰਕਾਰ ਨੂੰ ਜਮ੍ਹਾਂ ਕਰਾਉਣਾ ਹੈ। ਅਗਰ ਉਹਨੇ ਸਿੱਧਾ ਫਸਲ ਨੂੰ ਜਮ੍ਹਾਂ ਨਹੀਂ ਕਰਾਉਣਾ, ਫਿਰ ਉਸ ਸਮੇਂ ਫਸਲ ਦੀ ਕੀਮਤ ਕਿੰਨੀ ਆ, 10 ਰੁਪਏ ਆ, 20 ਰੁਪਏ ਆ, ਉਸ ਹਿਸਾਬ ਨਾਲ ਪੈਸੇ ਬਣਾ ਕੇ ਉਹਨੇ ਸਰਕਾਰ ਨੂੰ ਜਮ੍ਹਾਂ ਕਰਾ ਦੇਣੇ ਆ। ਸਰਕਾਰ ਨੂੰ ਜਮ੍ਹਾਂ ਕਰਾਉਣ ਤੋਂ ਬਾਅਦ ਇਹ 100 ਕਿੱਲਾ ਜੋ ਉਹਦੀ ਪਿੰਡ ਦੀ ਜ਼ਮੀਨ ਸੀ, ਜ਼ਮੀਨਦਾਰ ਵੱਲੋਂ ਆਪਣੇ ਵੱਲੋਂ ਨਹੀਂ ਸੀ ਵਾਹੀ ਜਾਂਦੀ, ਆਪਣੇ ਪਿੰਡ ਦੇ ਲੋਕਾਂ ਨੂੰ ਠੇਕੇ 'ਤੇ ਦੇ ਦਿੱਤੀ ਜਾਂਦੀ ਸੀ। ਹੁਣ ਜਦੋਂ ਉਸ ਆਦਮੀ ਨੇ, ਜ਼ਮੀਨਦਾਰ ਨੇ 1 ਕੁਇੰਟਲ ਜਿਹੜਾ ਵਾ ਆਪਣੇ ਸਰਕਾਰ ਨੂੰ ਦੇ ਦਿੱਤਾ, ਮੰਨ ਲਓ 1 ਕਿੱਲੇ ਦੇ ਵਿੱਚੋਂ 10 ਕੁਇੰਟਲ ਫਸਲ ਨਿਕਲੀ ਆ, 10 ਦੇ ਵਿੱਚੋਂ 1 ਕੁਇੰਟਲ ਦੇ ਹਿਸਾਬ ਨਾਲ ਉਹਨੇ ਪੈਸੇ ਦਿੱਤੇ ਆ ਸਰਕਾਰ ਨੂੰ, ਮਤਲਬ ਪਿੱਛੇ ਰਹਿ ਗਈ 9 ਕੁਇੰਟਲ। ਉਸ 9 ਕੁਇੰਟਲ ਫਸਲ ਨੂੰ ਹੁਣ ਕਿਸਾਨ ਨੂੰ ਉਹਨੇ 1 ਕੁਇੰਟਲ ਦੇਣੀ, 2 ਕੁਇੰਟਲ ਦੇਣੀ ਜਾਂ 3 ਕੁਇੰਟਲ ਦੇਣੀ ਆ, ਉਹ ਉਸ ਦੀ ਮਰਜ਼ੀ ਆ। ਮਤਲਬ ਉਸ ਦੇ ਵੱਲੋਂ ਇੰਨਾ ਜ਼ਿਆਦਾ ਆਪਣਾ ਟੈਕਸ ਜਿਹੜਾ ਨਿਰਧਾਰਿਤ ਕਰ ਲਿਆ ਜਾਂਦਾ ਸੀ ਕਿ ਕਿਸਾਨ ਬੀਜਣ ਵਾਲਾ ਜਿਹੜਾ ਉਸ ਦੇ ਪੱਲੇ ਕੁਛ ਨਹੀਂ ਪੈਂਦਾ। ਇੱਕ ਸੱਟੇਬਾਜ਼ੀ ਵਾਲਾ ਸਿਸਟਮ ਸੀ ਕਿ ਆਪ ਉਹਨੇ ਜਿਹੜਾ ਸਰਕਾਰ ਨੂੰ 1 ਕੁਇੰਟਲ ਟੈਕਸ ਦਿੱਤਾ ਹੈ, ਅਤੇ ਜੇਕਰ ਆਪਣੇ ਕਿਸਾਨ ਦੀ ਫਸਲ 10 ਕੁਇੰਟਲ ਨਿਕਲ ਰਹੀ ਆ, ਉਹਨੇ ਕਿਸਾਨ ਨੂੰ ਪਹਿਲਾਂ ਕਹਿਣਾ ਕਿ ਮੈਂ ਤੈਨੂੰ ਜ਼ਮੀਨ ਤਾਂ ਦੇਣੀ ਆ, ਇਸ 10 ਕੁਇੰਟਲ ਦੇ ਵਿੱਚੋਂ ਤੂੰ 6 ਕੁਇੰਟਲ ਜਾਂ 7 ਕੁਇੰਟਲ ਜਾਂ 5 ਕੁਇੰਟਲ ਮੈਨੂੰ ਦੇਵੇਂਗਾ। ਹੁਣ ਕਿਸਾਨਾਂ ਦੇ ਕੋਲ ਕੋਈ ਵੀ ਹੋਰ ਲਾਈਵਲੀਹੁੱਡ ਰੁਜ਼ਗਾਰ ਦਾ ਸਾਧਨ ਨਾ ਹੁੰਦਾ ਕਰਕੇ ਅਜਿਹੀਆਂ ਸ਼ਰਤਾਂ ਦੇ ਨਾਲ ਕਿਸਾਨ ਖੇਤੀਬਾੜੀ ਕਰਨੀ ਮੰਨ ਲੈਂਦੇ ਸੀ, ਔਰ ਇਸੇ ਤਰੀਕੇ ਨਾਲ ਜ਼ਮੀਨਦਾਰ ਆਪ ਵਿਹਲੇ ਰਹਿੰਦੇ ਸੀ, ਕਿਸਾਨਾਂ ਦੇ ਕੋਲੋਂ ਖੇਤੀ ਕਰਵਾਉਂਦੇ ਸੀ ਔਰ ਉਹਨਾਂ ਦੇ ਕੋਲੋਂ ਵੱਧ ਟੈਕਸ ਵਸੂਲ ਕਰਕੇ ਆਪ ਦਿਨੋਂ ਦਿਨ ਅਮੀਰ ਹੋ ਰਹੇ ਸੀ। ਔਰ ਖੇਤੀਬਾੜੀ ਵਿੱਚ, ਖੇਤਾਂ ਦੇ ਵਿੱਚ ਕਿਸਾਨ ਕੰਮ ਕਰਨ ਵਾਲੇ ਸੀ ਜੋ ਦਿਨੋਂ ਦਿਨ ਗਰੀਬ ਹੋ ਰਿਹਾ ਸੀ। ਅਜਿਹੀ ਹਾਲਤ ਦੇ ਵਿੱਚ ਖੇਤੀਬਾੜੀ ਦੇ ਇੱਕ ਘਾਟੇ ਦਾ ਸੌਦਾ ਸੀ, ਲੋਕਾਂ ਨੂੰ ਕੁਛ ਵੀ ਇਹਦੇ ਵਿੱਚੋਂ ਬਚਣ ਬਚਾਉਣ ਵਾਲੀ ਗੱਲ ਨਹੀਂ ਸੀ ਜਾਪਦੀ, ਔਰ ਲੋਕ ਇਸ ਕਿੱਤੇ ਤੋਂ ਦੁਖੀ ਹੋਏ ਪਏ ਸੀ। ਬਹੁਤ ਸਾਰੇ ਕਿਸਾਨ ਉਸ ਸਮੇਂ ਇਸ ਵਰਕ ਨੂੰ ਛੱਡ ਕੇ ਹੋਰ ਆਕੂਪੇਸ਼ਨ ਵੱਲ ਤੁਰੇ ਜਾ ਰਹੇ ਸੀ। ਸੋ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਜ਼ਮੀਨਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ। ਦੂਸਰੀ ਸਾਈਡ 'ਤੇ ਸਾਡੇ ਕੋਲ ਆ ਜਾਂਦਾ ਹੈ 5 ਈਅਰਸ ਪਲਾਨ। ਹੁਣ ਆਪਾਂ ਸਿਲੇਬਸ ਕਰਦੇ ਪਏ ਹਾਂ। ਆਪਾਂ ਪਹਿਲਾਂ ਟਰਮ ਪਲਾਨ ਬਣਾਇਆ ਕਿ ਅਸੀਂ ਮਈ ਦੇ ਮੰਥ ਵਿੱਚ ਕਿਹੜਾ ਸਿਲੇਬਸ ਕਰਨਾ ਹੈ, ਜੂਨ ਦੇ ਕਿਹੜਾ ਕਰਨਾ ਹੈ, ਅਗਸਤ ਵਿੱਚ ਕਿਹੜਾ ਕਰਨਾ ਹੈ। ਮਤਲਬ ਉਹਦੇ ਵਿੱਚ ਆਪਾਂ ਕੁਝ ਟੌਪਿਕ ਲਏ ਆ ਔਰ ਉਸ ਟੌਪਿਕ ਦੇ ਉੱਪਰ ਆਪਾਂ ਮੇਨ ਫੋਕਸ ਕਰ ਰਹੇ ਹਾਂ। ਇਸੇ ਵੱਲੋਂ ਸਰਕਾਰ ਵੱਲੋਂ 5 ਸਾਲਾ ਯੋਜਨਾ ਅਪਣਾਈ ਗਈ ਸੀ। ਇਹਨਾਂ 5 ਸਾਲਾਂ ਵਿੱਚ ਸਰਕਾਰ ਵੱਲੋਂ ਕੁਝ ਆਪਣੇ ਉਦੇਸ਼, ਓਬਜੈਕਟਿਵ ਰੱਖ ਲਏ ਜਾਂਦੇ ਸੀ, ਗੋਲ ਰੱਖ ਲਏ ਜਾਂਦੇ ਸੀ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਮੈਂ ਕਿਹੜੇ ਗੋਲ ਪ੍ਰਾਪਤ ਕਰਨੇ ਔਰ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਕੀ ਸਟੈਪ ਚੁੱਕੇ ਜਾ ਸਕਦੇ ਆ। ਸੋ ਸਰਕਾਰ ਵੱਲੋਂ ਇਹਨਾਂ ਦੋਨਾਂ ਚੀਜ਼ਾਂ ਨੂੰ, ਦੋਨਾਂ ਸੁਧਾਰਾਂ ਨੂੰ ਲਾਗੂ ਕੀਤਾ ਗਿਆ ਕਿ ਜ਼ਮੀਨਦਾਰੀ ਪ੍ਰਥਾ ਖਤਮ ਕਰ ਦਿੱਤੀ ਗਈ। ਜ਼ਮੀਨਦਾਰਾਂ ਦੇ ਕੋਲੋਂ ਜ਼ਮੀਨ ਖੋਹ ਕੇ ਸਾਰੇ ਪਿੰਡ ਦੇ ਜੋ ਕਿਸਾਨ ਸੀ, ਜੋ ਕਿਸਾਨੀ ਦੇ ਨਾਲ ਜੁੜੇ ਲੋਕ ਸੀ, ਉਹਨਾਂ ਨੂੰ ਜ਼ਮੀਨ ਵੰਡ ਦਿੱਤੀ ਗਈ ਔਰ ਉਹਨਾਂ ਕਿਸਾਨਾਂ ਦੇ ਨਾਮ 'ਤੇ ਸਿੱਧੀ ਜ਼ਮੀਨ ਕਰ ਦਿੱਤੀ ਗਈ। ਔਰ ਦੂਸਰੀ 5 ਸਾਲਾ ਯੋਜਨਾ ਤਿਆਰ ਕੀਤੀ ਗਈ ਕਿ ਸਰਕਾਰ ਨੇ ਜਿੰਨੇ ਵੀ ਕੰਮ ਕਰਨੇ ਆ, ਇਹਨਾਂ ਕੰਮਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮੇਨ ਫੋਕਸ ਜਿਹੜਾ ਸਰਕਾਰ ਦਾ ਖੇਤੀਬਾੜੀ ਔਰ ਖੇਤੀਬਾੜੀ ਦੇ ਨਾਲ ਸੰਬੰਧਿਤ ਜੋ ਕੰਮਕਾਜ ਹੈ ਉਹਨਾਂ ਦੇ ਸੁਧਾਰਾਂ ਵੱਲ ਧਿਆਨ ਰਹੇਗਾ ਔਰ ਇਹਨਾਂ ਨੂੰ ਹਰ ਤਰ੍ਹਾਂ ਦੀ ਹੈਲਪ ਕੀਤੀ ਜਾਏਗੀ।
ਨੈਕਸਟ ਸਾਡੇ ਕੋਲ ਆ ਜਾਂਦਾ ਹੈ ਰਾਈਟ ਆਫ ਦਾ ਇਨਹੈਰੀਟੈਂਸ ਐਂਡ ਦਾ ਆਲਰੇਡੀ ਲੀਡ ਟੂ ਆਫ ਦਾ ਫਰੈਗਮੈਂਸ਼ਨ ਆਫ ਲੈਂਡ ਹੋਲਡਿੰਗਸ ਨੈਸੈਸਿਟੀ ਕੰਸੋਲੀਡੇਸ਼ਨ ਆਫ ਹੋਲਡਿੰਗਸ ਕਿ ਜ਼ਮੀਨ ਦੇ ਉੱਪਰ ਸਾਡਾ ਵਿਰਾਸਤੀ ਅਧਿਕਾਰ ਹੁੰਦਾ ਕਰਕੇ ਜ਼ਮੀਨ ਛੋਟੇ ਛੋਟੇ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ ਅਤੇ ਜ਼ਰੂਰਤ ਹੈ ਇਸ ਨੂੰ ਏਕੀਕਰਨ ਦੀ ਜ਼ਰੂਰਤ ਮਤਲਬ ਇਸ ਨੂੰ ਮਜ਼ਬੂਤੀ ਦੇ ਨਾਲ ਇਕੱਠੇ ਸੰਗ੍ਰਹਿਤ ਰਹਿ ਕੇ ਇਕੱਠਾ ਕਰਕੇ ਰੱਖਣ ਦੀ ਲੋੜ। ਫਰੈਗਮੈਂਸ਼ਨ ਕਿਵੇਂ ਹੋ ਜਾਂਦੀ ਕਿ ਇੱਕ ਪਿਓ ਦੀ ਜ਼ਮੀਨ ਉਸ ਦੇ ਅੱਗੇ ਪੁੱਤਰਾਂ ਦੇ ਵਿੱਚ 2 ਜਾਂ 4 ਪੁੱਤਰ ਹੈ ਉਸ ਦੇ ਵਿਚਕਾਰ ਬਰਾਬਰ ਇਕੁਅਲ ਵੰਡ ਦਿੱਤੀ ਜਾਂਦੀ ਜਿਸ ਦੇ ਨਾਲ ਜ਼ਮੀਨ ਦੇ ਟੁਕੜੇ ਹੋ ਜਾਂਦੇ। ਫਰੈਗਮੈਂਸ਼ਨ ਮਤਲਬ ਉਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਲਿਆ ਜਾਂਦਾ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਇਸ ਦਾ ਮੀਨਸ ਸਾਡੇ ਕੋਲ ਇਹ ਵੀ ਜਾਂਦਾ ਕਿ ਪਹਿਲਾਂ ਸਾਰੀ ਜ਼ਮੀਨ ਇੱਕ ਜ਼ਮੀਨਦਾਰ ਦੇ ਕੋਲ ਹੁੰਦੀ ਸੀ। ਹੁਣ ਅਗਰ ਇੱਕ ਪਿਤਾ ਵੱਲੋਂ ਜਦੋਂ ਆਪਣੇ ਪੁੱਤਰਾਂ ਦੇ ਵਿੱਚ ਬਰਾਬਰ ਹਿੱਸਿਆਂ ਦੇ ਵਿੱਚ ਜ਼ਮੀਨ ਵੰਡ ਦਿੱਤੀ ਜਾਂਦੀ ਹੈ ਔਰ ਉਹਨਾਂ ਦਾ ਜ਼ਮੀਨ ਦੇ ਉੱਪਰ ਅਧਿਕਾਰ ਜਿਹੜਾ ਕਾਫੀ ਮਜ਼ਬੂਤ ਹੋ ਜਾਂਦਾ ਹੈ। The laws of the land reforms were enacted but the implementation was lacking or the lukewarm। ਕਹਿੰਦਾ ਇਹਨਾਂ ਲਾਸ ਨੂੰ ਰਿਫਾਰਮ ਨੂੰ ਸੁਧਾਰਾਂ ਨੂੰ ਲਾਗੂ ਕੀਤਾ ਗਿਆ ਪਰ ਪੂਰੀ ਤਰ੍ਹਾਂ ਜਿਹੜਾ ਵਾ ਸਖਤਾਈ ਨਹੀਂ ਵਰਤੀ ਗਈ ਅਤੇ ਨਰਮੀ ਹੀ ਦਿਖਾਈ ਗਈ ਮਤਲਬ ਪੂਰੀ ਸਖਤਾਈ ਦੇ ਨਾਲ ਇਹ ਲਾਗੂ ਸੁਧਾਰ ਨਾ ਕੀਤੇ ਗਏ। ਗੌਰਮੈਂਟ ਆਫ ਇੰਡੀਆ ਐਮਬੈਕਡ ਅਪੋਨ ਦਾ ਇੰਟਰੋਡਿਊਸਿੰਗ ਐਗਰੀਕਲਚਰ ਰਿਫਾਰਮ ਇੰਪਰੂਵ ਇੰਡੀਅਨ ਐਗਰੀਕਲਚਰ ਇਨ ਦਾ 1960 ਐਂਡ ਦਾ 1970s। ਭਾਰਤ ਸਰਕਾਰ ਨੇ ਕਹਿੰਦੇ 1960 ਅਤੇ 1970 ਈਸਵੀ ਦੇ ਵਿੱਚ ਖੇਤੀਬਾੜੀ ਸੁਧਾਰ ਕਰਨ ਵਾਸਤੇ ਕਦਮ ਚੁੱਕੇ। ਦਾ ਗ੍ਰੀਨ ਰੈਵੋਲਿਊਸ਼ਨ ਬੇਸਡ ਔਨ ਦਾ ਯੂਜ਼ ਆਫ ਦਾ ਪੈਕੇਜ ਟੈਕਨੋਲੋਜੀ ਐਂਡ ਦਾ ਵਾਈਟ ਰੈਵੋਲਿਊਸ਼ਨ ਆਪਰੇਸ਼ਨ ਫਲੱਡ ਵਾਰ some of the strategies initiated to improve the lot of the Indian agriculture। ਕਹਿੰਦੇ ਇਹਨਾਂ ਸੁਧਾਰਾਂ ਦੀ ਬਦੌਲਤ 1960 ਈਸਵੀ ਦੇ ਵਿੱਚ ਜੋ ਗ੍ਰੀਨ ਰੈਵੋਲਿਊਸ਼ਨ ਆਈ ਸੀ ਹਰੀ ਕ੍ਰਾਂਤੀ ਆਈ ਸੀ। ਹਰੀ ਕ੍ਰਾਂਤੀ ਕੀ ਸੀ ਕਿ 1960 ਤੋਂ ਪਹਿਲਾਂ ਸਾਡੇ ਦੇਸ਼ ਦੇ ਜਿੰਨੀ ਵੀ ਜਨਤਾ ਜਿੰਨੇ ਵੀ ਲੋਕ ਸੀ ਉਹਨਾਂ ਦੀਆਂ ਭੋਜਨ ਸੰਬੰਧੀ ਲੋੜਾਂ ਪੂਰੀਆਂ ਨਹੀਂ ਸੀ ਹੁੰਦੀਆਂ ਉਹਨਾਂ ਨੂੰ ਭੋਜਨ ਪੂਰਾ ਪ੍ਰਾਪਤ ਨਹੀਂ ਸੀ ਹੁੰਦਾ ਔਰ ਇਹ ਭੋਜਨ ਦੀ ਲੋੜ ਪੂਰੀ ਕਰਨ ਵਾਸਤੇ ਸਾਨੂੰ ਬਾਹਰਲੇ ਦੇਸ਼ਾਂ ਦੇ ਕੋਲੋਂ ਅਨਾਜ ਕਣਕ ਝੋਨਾ ਜੋ ਵੀ ਸਾਡੇ ਦੇਸ਼ ਦੇ ਲੋਕ ਖਾਣਾ ਪਸੰਦ ਕਰਦੇ ਉਹ ਅਨਾਜ ਬਾਹਰੋਂ ਮੰਗਵਾਇਆ ਜਾਂਦਾ ਸੀ। 1960 ਈਸਵੀ ਦੇ ਵਿੱਚ ਫਿਰ ਖਾਦਾਂ ਦਵਾਈਆਂ ਦੀ ਵਰਤੋਂ ਕਰਕੇ ਇੰਨਾ ਜ਼ਿਆਦਾ ਅਨਾਜ ਪੈਦਾ ਕਰ ਲਿਆ ਗਿਆ ਸਾਡੀਆਂ ਜ਼ਮੀਨਾਂ ਵਿੱਚ ਜਿਸ ਨਾਲ ਸਾਡੇ ਦੇਸ਼ ਦੇ ਲੋਕਾਂ ਦੀ ਲੋੜਾਂ ਦੀ ਪੂਰਤੀ ਜਿਹੜੀ ਆ ਉਹ ਸੰਪੂਰਨ ਹੋ ਗਈ ਔਰ ਇਸ ਨੂੰ ਨਾਮ ਦਿੱਤਾ ਗਿਆ ਗ੍ਰੀਨ ਰੈਵੋਲਿਊਸ਼ਨ ਕਿ ਹਰੀ ਕ੍ਰਾਂਤੀ ਆਈ ਹੈ। ਇਸ ਕ੍ਰਾਂਤੀ ਦੇ ਨਾਲ ਸਾਡੀਆਂ ਲੋੜਾਂ ਪੂਰੀਆਂ ਹੋਈਆਂ ਨੇ। ਸਮ ਆਫ ਦਾ ਸਟ੍ਰੈਟਜੀ ਇਨੀਸ਼ੀਏਟਿਵ ਟੂ ਇੰਪਰੂਵ ਮਤਲਬ ਇਹ ਕੁਛ ਜਿਹੜੀਆਂ ਰਣਨੀਤੀਆਂ ਸ਼ੁਰੂ ਦੇ ਵਿੱਚ ਖੇਤੀਬਾੜੀ ਵਿੱਚ ਸੁਧਾਰ ਵਾਸਤੇ ਲਾਗੂ ਕੀਤੀਆਂ ਗਈਆਂ ਬਟ ਦਿਸ ਟੂ ਲੈਡ ਟੂ ਦਾ ਕਨਸਨਟ੍ਰੇਸ਼ਨ ਆਫ ਦਾ ਡਿਵੈਲਪਮੈਂਟ ਇਨ ਫਿਊ ਸਿਲੈਕਟਡ ਏਰੀਆਸ। ਕਹਿੰਦੇ ਪਰ ਇਹ ਡਿਵੈਲਪਮੈਂਟ ਇਹ ਵਿਕਾਸ ਜਿਹੜਾ ਕੁਝ ਸਟੇਟਸ ਕੁਝ ਇਲਾਕਿਆਂ ਦੇ ਵਿੱਚ ਹੀ ਕੀਤਾ ਗਿਆ ਮਤਲਬ ਇਹ ਕੰਮ ਚੰਗੀ ਜ਼ਮੀਨ ਵਾਲੇ ਇਲਾਕੇ ਜਿਹੜੇ ਉੱਥੇ ਹੀ ਹਰੀ ਕ੍ਰਾਂਤੀ ਦੇ ਥਰੂ ਕੁਝ ਸੁਧਾਰ ਕੀਤੇ ਗਏ ਉਹਨਾਂ ਇਲਾਕਿਆਂ ਦੇ ਵਿੱਚ ਇਹ ਖਾਦਾਂ ਦਵਾਈਆਂ ਯੂਜ਼ ਕੀਤੀਆਂ ਗਈਆਂ। ਦੇਅਰਫੋਰ ਇਨ ਦਾ 1980s ਐਂਡ ਦਾ 1990s ਕੰਪਰੀਹੈਂਸਿਵ ਲੈਂਡ ਡਿਵੈਲਪਮੈਂਟ ਪ੍ਰੋਗਰਾਮ ਵਾਈ ਇਨੀਸ਼ੀਏਟਡ। ਉਸ ਤੋਂ ਬਾਅਦ ਕਹਿੰਦੇ 1990 ਈਸਵੀ ਦੇ ਵਿੱਚ ਇੱਕ ਵਿਆਪਕ ਤੌਰ 'ਤੇ ਜ਼ਮੀਨੀ ਸੁਧਾਰ ਵਾਲਾ ਪ੍ਰੋਗਰਾਮ ਲਾਗੂ ਕੀਤਾ ਗਿਆ ਜਿਸ ਦੇ ਵਿੱਚ ਕੀ ਕੀਤਾ ਗਿਆ ਇਹ ਵਿੱਚ ਇਨਕਲੂਡਡ ਬੋਥ ਇੰਸਟੀਟਿਊਸ਼ਨਲ ਐਂਡ ਟੈਕਨੀਕਲ ਰਿਫਾਰਮਸ ਜਿਸ ਦੇ ਵਿੱਚ ਆਖਿਆ ਗਿਆ ਕਿ ਇੰਸਟੀਟਿਊਸ਼ਨਲ ਸੁਧਾਰਾਂ ਦੇ ਨਾਲ ਨਾਲ ਟੈਕਨੀਕਲ ਰਿਫਾਰਮ ਟੈਕਨੋਲੋਜੀ ਦੇ ਸੁਧਾਰ ਵੀ ਕੀਤੇ ਜਾਣ ਮਤਲਬ ਪੁਰਾਣੇ ਖੇਤੀਬਾੜੀ ਦੇ ਜੋ ਸੰਦ ਵਗੈਰਾ ਵਰਤੇ ਜਾਂਦੇ ਆ ਜਾਂ ਕੁਝ ਪ੍ਰੋਬਲਮਸ ਫੇਸ ਕੀਤੀਆਂ ਜਾਂਦੀਆਂ ਟੈਕਨੀਕਲ ਪ੍ਰੋਬਲਮਸ ਉਹਨਾਂ ਦਾ ਕੋਈ ਨਾ ਕੋਈ ਸੋਲਿਊਸ਼ਨ ਦਿੱਤਾ ਜਾਵੇ। ਫਿਰ ਕੀਤਾ ਗਿਆ ਪ੍ਰੋਵੀਜ਼ਨ ਫਾਰ ਕ੍ਰੌਪ ਇੰਸ਼ੋਰੈਂਸ। ਉਸ ਸਮੇਂ ਤੋਂ ਲੈ ਕੇ ਕਹਿੰਦੇ ਆ ਫਸਲਾਂ ਦੀ ਜਿਹੜਾ ਵਾ ਇੰਸ਼ੋਰੈਂਸ ਕਰਨੀ ਸ਼ੁਰੂ ਕਰ ਦਿੱਤੀ ਕਿ ਅਗਰ ਡਰੌਟ ਸੋਕੇ ਦੇ ਨਾਲ ਹੜ੍ਹ ਦੇ ਨਾਲ ਸਾਈਕਲੋਨ ਦੇ ਜਾਂ ਫਾਇਰ ਡਿਜ਼ੀਜ਼ ਕਿਸੇ ਵੀ ਤਰੀਕੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਤੇ ਉਹ ਕਿਸਾਨ ਨੂੰ ਜਿਹੜਾ ਇੰਸ਼ੋਰੈਂਸ ਦਿੱਤੀ ਜਾਵੇ ਉਸ ਫਸਲ ਦਾ ਬੀਮਾ ਦਿੱਤਾ ਜਾਵੇ। ਕਿਸਾਨਾਂ ਦੀ ਸਹਾਇਤਾ ਵਾਸਤੇ ਗ੍ਰਾਮੀਣ ਬੈਂਕਸ ਕੋਆਪਰੇਟਿਵ ਸੁਸਾਇਟੀਆਂ ਅਤੇ ਹੋਰ ਬੈਂਕਾਂ ਦਾ ਨਿਰਮਾਣ ਕੀਤਾ ਗਿਆ ਜੋ ਕਿਸਾਨਾਂ ਨੂੰ ਆਮ ਲੋਕਾਂ ਜਾਂ ਵਪਾਰੀਆਂ ਦੇ ਨਾਲੋਂ ਘੱਟ ਰੇਟ ਦੇ ਉੱਪਰ ਵਿਆਜ ਦੇ ਉੱਪਰ ਕਰਜ਼ਾ ਦੇਣਾ ਸ਼ੁਰੂ ਕਰ ਦਿੱਤਾ ਗਿਆ। ਨੈਕਸਟ ਸਾਡੇ ਕੋਲ ਆ ਜਾਂਦਾ ਕਿਸਾਨ ਕ੍ਰੈਡਿਟ ਕਾਰਡ। ਕਿਸਾਨ ਕਹਿੰਦੇ ਕ੍ਰੈਡਿਟ ਕਾਰਡ ਲਾਂਚ ਕੀਤਾ ਗਿਆ। ਪਰਸਨਲ ਐਕਸੀਡੈਂਟ ਇੰਸ਼ੋਰੈਂਸ ਸਕੀਮ ਅਗਰ ਕਿਸਾਨ ਦੇ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਉਸ ਦੇ ਵਾਸਤੇ ਇੰਸ਼ੋਰੈਂਸ ਸਕੀਮ ਅਤੇ ਹੋਰ ਕੋਈ ਸਕੀਮਸ ਜਿਹੜੀਆਂ ਗੌਰਮੈਂਟ ਵੱਲੋਂ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਕਿਸਾਨਾਂ ਨੂੰ ਬੈਨੀਫਿਟ ਦਿੱਤਾ ਜਾ ਸਕੇ। ਮੋਰਓਵਰ ਸਪੈਸ਼ਲ ਵੈਦਰ ਬੁਲੇਟਿਨ ਇਸ ਤੋਂ ਇਲਾਵਾ ਕਹਿੰਦੇ ਕਿਸਾਨਾਂ ਨੂੰ ਆਪਣੀ ਫਸਲ ਦੀ ਔਰ ਫਸਲ ਦੇ ਨਾਲ ਸੰਬੰਧਿਤ ਮੌਸਮ ਦੀ ਜਾਣਕਾਰੀ ਵਾਸਤੇ ਇੱਕ ਸਪੈਸ਼ਲ ਬੁਲੇਟਿਨ ਖਬਰਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦੇ ਅਨੁਸਾਰ ਕਿਸਾਨ ਨੂੰ ਆਉਣ ਵਾਲੇ ਦਿਨਾਂ ਵਿੱਚ ਕਲਾਈਮੇਟ ਕਿਹੋ ਜਿਹਾ ਹੋਏਗਾ ਵੈਦਰ ਕਿੰਨਾ ਹੋਏਗਾ ਟੈਂਪਰੇਚਰ ਕਿੰਨਾ ਹੋਏਗਾ
और बारिश जो हो सकती नहीं हो सकी, ये सारी जानकारी प्रोवाइड करनी शुरू कर दी गई। किसान वास्ते घट्टो घट्ट फसल का जिहड़ा मिनीमम प्राइस सपोर्ट प्राइस जिहड़ा वो निर्धारित किया जान लगा। जिस तरह हुण आपां फसल बीजी सी कणक की फसल वास्ते पहलां ही सरकार ने एक रेट तय कर दिता सी 1930 रुपए। इसका मतलब की सी कि कोई भी व्यापारी ਜਾਂ सरकार ने कणक खरीदनी है वो 1930 रुपए तो घੱਟ किसान की फसल नहीं खरीद सकता। 1930 रुपए तो ਵੱਧ रेट दे के कोई भी इसकी फसल खरीद सकता है। मतलब घट्टो घੱਟ प्राइस जिहड़ा निर्धारित किया जान लगा। Remunerative and procurement prices for important crops to check the exploitation of farmer। कि हरेक फसल का घट्टो घੱਟ ਮਿਹਨਤਾਂ ਨਾਲ घट्टो घੱਟ प्राइस निर्धारित किया जान लगा ताकि किसान का कोई भी शोषण ना कर सके। बाय स्पैकुलेटर्स एंड मिडलमैन से मतलब किसान की फसल और मंडी के विचकार सरकार तक फसल पहुँचने वास्ते जो आड़ती है ਜਾਂ व्यापारी विचोलगी का काम करते, इन्हों वालों किसान का शोषण ना किया जा सके। इस करके जिहड़ा फसल का पहला प्राइस निर्धारित किया जान लगा। नीचे एक इंसीडेंट का एक योजना का नाम है सतगुरु वरदान ग्रामदान। की कहते हैं महात्मा गांधी डिकलेयर्ड विनोबा भावे एज हिज स्पिरिचुअल हायर। महात्मा गांधी ने विनोबा भावे को अपना स्पिरिचुअल आत्मिक वारिस निर्धारित किया। ही आसो पार्टिसिपेटेड इन सत्याग्रह। कहते विनोबा कौन सी एक अजिहा प्रोमिनेंट प्रसिद्ध आदमी जिसने सारे सत्याग्रहां दे विच हिस्सा लिया सी। ही वॉज वन ऑफ द वोटर्स ऑफ द गांधी कॉन्सैप्ट ऑफ द ग्राम स्वराज। कहते वो मतदाता सी। वो मतदाता मतलब वोट करने वाला, इस दे फेवर में गल करने वाला जिसने गांधी के कॉन्सैप्ट विचार ग्राम स्वराज कि पिंडां नूं जिहड़ा स्वराज अधिकार होने चाहिए अपने कोल, इसका पक्ष पूरा सी, इसनूं सपोर्ट की सी। आफ्टर गांधी जी मार्टरडोम विनोबा भावे अंडरटुक पद यात्रा टू स्प्रैड गांधी जी मैसेज कवर्ड आलमोस्ट द एंटायर कंट्री। कहते गांधी जी मार्टरडोम शहीदी तो बाद कुर्बानी तो बाद इसने पद यात्रा इसने पूरे देश दे विच गांधी के विचारों का फैलाव करने वास्ते यात्रा करनी शुरू कर दी। वंस वैन ही वाज डिलीवरिंग ए लैक्चर एट द पोचमपल्ली इन आंध्रा प्रदेश कि एक वारी जो ये पोचमपल्ली आंध्रा प्रदेश के एक पिंड विच अपना लैक्चर डिलीवर दे रहा सी। सम पुअर लैंडलैस उस पिंड के कुछ बिना जमीन वाले किसानों ने मांग की कि उन्होंने कुछ जमीन दी जाए फॉर देयर इकनॉमिक वैलबींग कि वो अपना कोई ना कोई आर्थिक सुधार कर सकन, अपनी आर्थिक सिचुएशन को मजबूत कर सकन। विनोबा भावे कुड नॉट प्रोमिस इट टू दैम इमीडिएटली बट अश्योर दैम टू टॉक टू द गवर्नमेंट ऑफ द इंडिया रिगार्डिंग प्रोविजन ऑफ लैंड फॉर दैम इफ दे अंडरटुक कोऑपरेटिव फार्मिंग। कहते विनोबा ने उन्होंने किसानों के नाल एट ए टाइम कोई भी प्रोमिस ना किया, पर इन्ना जरूर कहा कि वो उन्हों की प्रॉब्लम उन्होंने बारे गौरमेंट के नाल गल करेगा कि इन्होंने लोगों को कुछ जमीन दी जाए ताकि अपना गुजारा कर सकन, जां जिहड़े किसानों के कोल वाधू जमीन है उन्होंने नाल एक कोऑपरेटिव सहायक खेती कर सकन। सडनली श्री रामचंद्र रेड्डी स्टूड अप एंड ऑफर्ड 80 एकड़स ऑफ लैंड टू बीज डिस्ट्रीब्यूटेड अमंग 80 लैंडलैस विलेजेस। कहते इस समय उस सभा दे विच बैठा होया एक आदमी श्री राम खड़ा होया, उसने आख्या कि वो अपनी 80 एकड़ जमीन पिंड के 80 लैंडलैस किसानों को दान करता है। दिस एक्ट वाज नोन एज द वुडान। कहता इस कानून इस एक्ट में जोड़ा काम वुडान के नाम नाल जाना जान लगा। लेटर ही ट्रैवल्ड एंड इंट्रोड्यूस्ड हिज आइडियाज वाइडली ऑल ओवर इंडिया। कहते बाद विच विनोबा ने इंडिया के होर हिस्सों की यात्रा की ਅਤੇ ਆਪਣੇ ਵਿਚਾਰਾਂ ਦਾ ਪ੍ਰਸਾਰ ਕੀਤਾ। ਸਮ ਜ਼ਮੀਨਦਾਰਸ ਓਨਰਸ ਆਫ ਮੈਨੀ ਵਿਲੇਜਰਸ ਆਫਰ ਟੂ ਡਿਸਟਰੀਬਿਊਟ ਸਮ ਵਿਲੇਜਸ ਅਮੰਗ ਦਾ ਲੈਂਡਲੈਸ। ਕਹਿੰਦੇ ਇਸ ਸਮੇਂ ਦੌਰਾਨ ਜਦੋਂ ਇਹਨਾਂ ਨੇ ਯਾਤਰਾ ਕੀਤੀ ਵਿਨੋਬਾ ਨੇ ਔਰ ਸ਼੍ਰੀ ਰਾਮ ਨੇ ਵੀ ਆਪਣੇ ਵਿਚਾਰਾਂ ਦਾ ਜਿਹੜਾ ਸਮਰਥਨ ਕੀਤਾ, ਆਪਣੇ ਵਿਚਾਰਾਂ ਬਾਰੇ ਲੋਕਾਂ ਨੂੰ ਦੱਸਿਆ। ਕਈ ਪਿੰਡਾਂ ਦੇ ਬਹੁਤ ਸਾਰੇ ਜ਼ਮੀਨਦਾਰ ਜਿਨ੍ਹਾਂ ਕੋਲ ਜ਼ਮੀਨ ਵਾਧੂ ਸੀ ਕਿਉਂਕਿ ਉਹ ਜ਼ਮੀਨ ਆਪ ਤੇ ਖੁਦ ਵਾਹੁੰਦੇ ਨਹੀਂ ਸੀ, ਉਹਨਾਂ ਨੇ ਇਸ ਜ਼ਮੀਨ ਨੂੰ ਪਿੰਡ ਦੇ ਜ਼ਮੀਨਲੈਸ ਲੈਂਡਲੈਸ जो किसान सन उन्होंने वंडना शुरू कर दिता। इट वाज नोन एज द ग्रामदान। कहते इसनूं ग्रामदान का नाम दिता गया। हाउएवर मेनली लैंड ओनर्स चूज टू प्रोवाइड सम पार्ट ऑफ देयर लैंड टू द पुअर फार्मर ड्यू टू द फियर ऑफ द लैंड सीलिंग एक्ट।
ਕਹਿੰਦਾ ਇਹਨਾਂ ਵਿੱਚੋਂ ਬਹੁਤ ਸਾਰੇ ਲੈਂਡ ਓਨਰ ਜ਼ਮੀਨ ਦੇ ਮਾਲਕ ਅਜਿਹੇ ਵੀ ਸਨ ਜਿਨ੍ਹਾਂ ਨੇ ਜ਼ਮੀਨ ਇਸ ਕਰਕੇ ਵੰਡਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਸੀਲਿੰਗ ਐਕਟ ਲੈਂਡ ਸੀਲਿੰਗ ਐਕਟ ਜੋ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਇਸ ਦੇ ਨਾਲ ਉਹਨਾਂ ਦੀ ਸਾਰੀ ਜ਼ਮੀਨ ਖੋਹ ਕੇ ਬਿਨਾਂ ਜ਼ਮੀਨ ਵਾਲੇ ਕਿਸਾਨਾਂ ਨੂੰ ਇਹ ਜ਼ਮੀਨ ਵੰਡ ਦਿੱਤੀ ਜਾਏਗੀ ਕਿ ਸਰਕਾਰ ਵੱਲੋਂ ਇੱਕ ਐਕਟ ਤਿਆਰ ਕੀਤਾ ਜਾ ਰਿਹਾ ਸੀ ਕਿ ਜਿਨ੍ਹਾਂ ਕਿਸਾਨਾਂ ਦੇ ਕੋਲ ਬੇਅੰਤ ਜ਼ਮੀਨ ਆ ਉਹਨਾਂ ਦੀ ਜ਼ਮੀਨ ਵਾਪਸ ਲੈ ਕੇ ਉਹਨੂੰ ਇੱਕ ਸਟੇਟ ਪ੍ਰੋਪਰਟੀ ਜਾਂ ਨੈਸ਼ਨਲ ਪ੍ਰੋਪਰਟੀ ਡਿਕਲੇਅਰ ਕਰਨ ਤੋਂ ਬਾਅਦ ਪਿੰਡ ਦੇ ਜਾਂ ਉਸ ਇਲਾਕੇ ਦੇ ਜੋ ਲੈਂਡਲੈਸ ਕਿਸਾਨ ਆ ਉਹਨਾਂ ਕਿਸਾਨਾਂ ਦੇ ਵਿੱਚ ਖੇਤੀਬਾੜੀ ਵਾਸਤੇ ਇਹ ਜ਼ਮੀਨ ਵੰਡ ਦਿੱਤੀ ਜਾਵੇ ਕਿਉਂਕਿ ਜੋ ਜ਼ਿਆਦਾ ਜ਼ਮੀਨ ਹੋਣ ਦਾ ਕਰਕੇ ਜ਼ਮੀਨਦਾਰ ਇਸ ਜ਼ਮੀਨ ਦੀ ਇੱਕ ਸਹੀ ਉਪਯੋਗੀ ਵਰਤੋਂ ਨਹੀਂ ਕਰ ਪਾ ਰਹੇ ਦਿਸ ਵਿਧਾਨ ਗ੍ਰਾਮਦਾਨ ਮੂਵਮੈਂਟ ਇਨੀਸ਼ੀਏਟਡ ਬਾਈ ਦਾ ਵਿਨੋਬਾ ਭਾਵੇ ਇਜ਼ ਆਲਸੋ ਨੋਨ ਐਜ਼ ਦਾ ਬਲੱਡ ਲੈਸ ਰੈਵੋਲਿਊਸ਼ਨ ਕਹਿੰਦੇ ਵਿਧਾਨ ਗ੍ਰਾਮਦਾਨ ਮੂਵਮੈਂਟ ਜੋ ਵਿਨੋਬਾ ਭਾਵੇ ਵੱਲੋਂ ਸ਼ੁਰੂ ਵਿੱਚ ਲਾਇਆ ਗਿਆ ਸੀ ਇਸ ਨੂੰ ਬਲੱਡ ਲੈਸ ਰੈਵੋਲਿਊਸ਼ਨ ਇਸ ਨੂੰ ਬਿਨਾਂ ਖੂਨ ਦੇ ਕ੍ਰਾਂਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋ ਦਿਸ ਇਜ਼ ਅ ਟੋਪਿਕ ਵਨਸ ਅਗੇਨ same thing I repeated. If you have any kind of problem you can ask me without hesitation because on the YouTube views I see that only 20 or 22 3 4 students watch the lecture or listen the lecture. Where are the other students? Please understand that this is your board class, do not take it lightly. How we repeat our syllabus in the classrooms if we don't study now, so take it serious. The lecture we discuss in the videos we cannot repeat in the classrooms because there is the vast syllabus for us. ਸਾਡੇ ਕੋਲ ਬਹੁਤ ਸਾਰਾ ਸਿਲੇਬਸ ਪਿਆ ਜਿਸ ਨੂੰ ਅਸੀਂ ਖਤਮ ਕਰਨਾ ਹੈ ਅਸੀਂ ਸਮਝਣਾ ਹੈ ਟੈਸਟ ਵੀ ਲੈਣੇ ਆ ਐਗਜ਼ਾਮ ਵੀ ਦੇਣੇ ਆ ਅਗਰ ਦੁਬਾਰਾ ਇਹੀ ਸਿਲੇਬਸ ਅਸੀਂ ਕਲਾਸਰੂਮ ਦੇ ਵਿੱਚ ਰਿਪੀਟ ਕਰਾਂਗੇ ਅਸੀਂ ਆਪਣਾ ਸਿਲੇਬਸ ਕਦੋਂ ਖਤਮ ਕਰਾਂਗੇ ਕਿਉਂਕਿ ਹਮੇਸ਼ਾ ਮੈਂ ਜਦੋਂ ਵੀ YouTube 'ਤੇ ਦੇਖਿਆ ਹੁੰਦਾ ਵੱਧ ਤੋਂ ਵੱਧ 20 ਜਾਂ 25 ਬੱਚਿਆਂ ਨੇ ਦੋਨੋਂ 10th A ਔਰ 10th C ਦੇ ਬੱਚਿਆਂ ਨੂੰ ਇਹ ਲੈਕਚਰ ਪਾਇਆ ਹੁੰਦਾ ਹੈ ਦੋਨਾਂ ਕਲਾਸਿਸ ਦੇ ਵਿੱਚ ਘੱਟੋ ਘੱਟ 80+ ਬੱਚੇ ਨੇ ਔਰ ਉਹਨਾਂ ਦੇ ਵਿੱਚੋਂ 20 ਜਾਂ 22 ਬੱਚੇ ਲੈਕਚਰ ਦੇਖਦਾ ਬਾਕੀ ਬੱਚੇ ਕਿੱਥੇ ਨੇ ਸੋ ਕੋਈ ਵੀ ਆਪਣਾ ਲੈਕਚਰ ਦੇਖੋ ਅਗਰ ਕੋਈ ਮਿਸਅੰਡਰਸਟੈਂਡਿੰਗ ਆ ਵਿੱਚ ਕੋਈ ਮੇਰੇ ਕੋਲ ਗਲਤੀ ਹੁੰਦੀ ਪਈ ਆ ਜਾਂ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਪਈ ਤੁਸੀਂ ਮੈਨੂੰ ਵਿਦਆਊਟ ਹੈਸੀਟੇਸ਼ਨ ਆਪਣਾ ਪੁੱਛ ਲਓ ਕੋਈ ਸੁਜੈਸ਼ਨ ਹੈ ਉਹ ਮੈਨੂੰ ਦੱਸੋ ਪਰ ਲੈਕਚਰ ਹੈ ਜਿਹੜਾ ਉਹਨੂੰ ਦੇਖਿਆ ਕਰੋ ਉਹਨੂੰ ਆਪਣਾ ਅੰਡਰਸਟੈਂਡਿੰਗ ਕਰਕੇ ਲੈਸਨ ਨੂੰ ਰੀਡ ਕਰਿਆ ਕਰੋ ਸੋ ਦਿਸ ਇਜ਼ ਅ ਟੋਪਿਕ ਫਾਰ ਅਸ ਥੈਂਕਸ ਐਂਡ ਹੈਵ ਅ ਨਾਈਸ ਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ